ਬੱਚਿਓ, ਕਾਰਬਨ ਦੇ ਯੌਗਿਕ ਸਾਡੇ ਜੀਵਨ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਹਨ। ਹਰ ਇੱਕ ਸਜੀਵ ਵਿੱਚ ਹਾਈਡਰੋਕਾਰਬਨ ਮੌਜੂਦ ਹੁੰਦੇ ਹਨ। ਹਾਈਡਰੋਕਾਰਬਨ ਕਾਰਬਨ ਅਤੇ ਹਾਈਡਰੋਜਨ ਦੇ ਯੌਗਿਕ ਹਨ। ਕਾਰਬਨਿਕ ਯੌਗਿਕਾਂ ਦੇ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬੱਚਿਓ, ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਕਾਰਬਨ ਪਰਮਾਣੂਆਂ ਵਿੱਚ ਇਕਹਿਰਾ ਬੰਧਨ ਹੋਵੇ ਉਹਨਾਂ ਨੂੰ ਐਲਕੇਨ ਕਿਹਾ ਜਾਂਦਾ ਹੈ। ਇਹਨਾਂ ਦਾ ਆਮ ਸੂਤਰ CnH2n+2 ਹੈ। ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਜੇਕਰ ਕਾਰਬਨ ਦੇ ਦੋ ਪਰਮਾਣੂਆਂ ਵਿੱਚ ਦੋਹਰਾ ਬੰਧਨ ਹੋਵੇ ਤਾਂ ਉਹਨਾਂ ਯੌਗਿਕਾਂ ਨੂੰ ਐਲਕੀਨ ਕਿਹਾ ਜਾਂਦਾ ਹੈ। ਸਕਰੀਨ ਉੱਤੇ ਤੁਸੀਂ ਐਲਕੀਨ ਦਾ ਸਟਰਕਚਰਲ ਫਾਰਮੂਲਾ ਵੇਖ ਰਹੇ ਹੋ। ਇਹ ਅਸੰਖ ਤ੍ਰਿਪਤ ਹਾਈਡਰੋਕਾਰਬਨ ਹਨ। ਇਹਨਾਂ ਦਾ ਆਮ ਸੂਤਰ CnH2n ਹੈ। ਇਸ ਦਾ ਉਦਾਹਰਣ ਇਥੀਨ ਹੈ। ਤੁਸੀਂ ਸਕਰੀਨ ਉੱਤੇ ਇਥੀਨ ਦਾ ਸਟਰਕਚਰਲ ਫਾਰਮੂਲਾ ਵੇਖ ਰਹੇ ਹੋ। ਅਜਿਹੇ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਕਾਰਬਨ ਦੇ ਦੋ ਪਰਮਾਣੂਆਂ ਵਿੱਚ ਤੀਹਰਾ ਬੰਧਨ ਹੋਵੇ ਤਾਂ ਉਹਨਾਂ ਯੌਗਿਕਾਂ ਨੂੰ ਐਲਕਾਈਨ ਕਹਿੰਦੇ ਹਨ। ਇਸ ਦਾ ਜਨਰਲ ਫਾਰਮੂਲਾ ਜਾਂ ਆਮ ਸੂਤਰ CnH2n-2 ਹੈ। ਇਸ ਦਾ ਉਦਾਹਰਣ ਇਥਾਈਨ ਹੈ। ਸਕਰੀਨ ਉੱਤੇ ਤੁਸੀਂ ਇਥਾਈਨ ਦਾ ਸਟਰਕਚਰਲ ਫਾਰਮੂਲਾ ਵੇਖ ਰਹੇ ਹੋ। ਕਾਰਬਨ ਅਤੇ ਹਾਈਡਰੋਜਨ ਤੋਂ ਇਲਾਵਾ ਹਾਈਡਰੋਕਾਰਬਨਾਂ ਵਿੱਚ ਆਕਸੀਜਨ, ਨਾਈਟ੍ਰੋਜਨ ਅਤੇ ਸਲਫਰ ਆਦਿ ਤੱਤ ਵੀ ਹੋ ਸਕਦੇ ਹਨ। ਕਿਸੇ ਯੌਗਿਕ ਸਮੂਹ ਵਿੱਚ ਪਰਮਾਣੂਆਂ ਦਾ ਅਜਿਹਾ ਸਮੂਹ ਜਿਹੜਾ ਉਹਨਾਂ ਦੇ ਗੁਣਾਂ ਦੀ ਪ੍ਰਤੀਨਿਧਤਾ ਕਰਦਾ ਹੈ ਉਸ ਨੂੰ ਫੰਕਸ਼ਨਲ ਗਰੁੱਪ ਕਿਹਾ ਜਾਂਦਾ ਹੈ। ਹਾਈਡਰੋਕਾਰਬਨ ਜਿਨ੍ਹਾਂ ਵਿੱਚ OH ਹਾਈਡਰੋਕਸਿਲ ਫੰਕਸ਼ਨਲ ਗਰੁੱਪ ਹੁੰਦਾ ਹੈ ਉਹਨਾਂ ਨੂੰ ਐਲਕੋਹਲ ਕਹਿੰਦੇ ਹਨ। ਐਲਕੋਹਲ ਨੂੰ ਐਲਕੇਨੋਲ ਵੀ ਕਿਹਾ ਜਾਂਦਾ ਹੈ। ਉਸ ਦੀ ਉਦਾਹਰਣ ਈਥਾਨੋਲ ਹੈ। ਇਸ ਦਾ ਰਸਾਇਣਿਕ ਸੂਤਰ C2H5OH ਹੈ। ਹਾਈਡਰੋਕਾਰਬਨ ਜਿਨ੍ਹਾਂ ਵਿੱਚ CHO ਐਲਡੀਹਾਈਡ ਫੰਕਸ਼ਨਲ ਗਰੁੱਪ ਹੁੰਦਾ ਹੈ ਉਹਨਾਂ ਨੂੰ ਐਲਡੀਹਾਈਡ ਕਹਿੰਦੇ ਹਨ। ਇਹਨਾਂ ਨੂੰ ਐਲਕੇਨਲ ਵੀ ਕਿਹਾ ਜਾਂਦਾ ਹੈ। ਇਸ ਦਾ ਉਦਾਹਰਣ ਮੀਥਾਨਲ ਹੈ। ਮੀਥਾਨਲ ਦਾ ਰਸਾਇਣਿਕ ਸੂਤਰ HCHO ਹੈ। ਹਾਈਡਰੋਕਾਰਬਨ ਜਿਨ੍ਹਾਂ ਵਿੱਚ ਕੀਟੋਨ ਫੰਕਸ਼ਨਲ ਗਰੁੱਪ ਹੁੰਦਾ ਹੈ ਤੁਸੀਂ ਸਕਰੀਨ ਤੇ ਵੇਖ ਰਹੇ ਹੋ। ਉਹਨਾਂ ਨੂੰ ਕੀਟੋਨ ਕਹਿੰਦੇ ਹਨ। ਇਹਨਾਂ ਨੂੰ ਐਲਕੇਨੋਨ ਵੀ ਕਹਿੰਦੇ ਹਨ। ਇਸ ਦੀ ਉਦਾਹਰਣ ਪ੍ਰੋਪੇਨੋਨ ਹੈ। ਇਸ ਦਾ ਰਸਾਇਣਿਕ ਸੂਤਰ ਤੁਸੀਂ ਸਕਰੀਨ ਤੇ ਵੇਖ ਰਹੇ ਹੋ। ਹਾਈਡਰੋਕਾਰਬਨ ਜਿਨ੍ਹਾਂ ਵਿੱਚ ਕਾਰਬੋਕਸਿਲ ਫੰਕਸ਼ਨਲ ਗਰੁੱਪ COOH ਗਰੁੱਪ ਹੁੰਦਾ ਹੈ ਉਹਨਾਂ ਨੂੰ ਕਾਰਬੋਕਸਿਲਿਕ ਐਸਿਡ ਕਹਿੰਦੇ ਹਨ। ਇਸ ਦੀ ਉਦਾਹਰਣ ਪ੍ਰੋਪੇਨੋਇਕ ਐਸਿਡ ਹੈ। ਇਸ ਦਾ ਰਸਾਇਣਿਕ ਸੂਤਰ CH3CH2COOH ਹੈ। ਐਸਟਰ ਵਿੱਚ ਫੰਕਸ਼ਨਲ ਗਰੁੱਪ COOR ਹੁੰਦਾ ਹੈ। ਇਸ ਦੀ ਉਦਾਹਰਣ ਇਥਾਈਲ ਈਥੇਨੋਏਟ ਹੈ। ਇਸ ਦਾ ਰਸਾਇਣਿਕ ਸੂਤਰ CH3COOC2H5 ਹੈ। ਵਿਦਿਆਰਥੀਓ, ਅੱਜ ਅਸੀਂ ਐਲਕੋਹਲ ਬਾਰੇ ਪੜ੍ਹਾਂਗੇ। ਹਾਈਡਰੋਕਾਰਬਨ ਜਿਨ੍ਹਾਂ ਵਿੱਚ ਹਾਈਡਰੋਕਸਿਲ ਫੰਕਸ਼ਨਲ ਗਰੁੱਪ ਹੁੰਦਾ ਹੈ ਉਹਨਾਂ ਨੂੰ ਐਲਕੋਹਲ ਕਿਹਾ ਜਾਂਦਾ ਹੈ। ਐਲਕੋਹਲ ਦਾ ਆਮ ਸੂਤਰ CnH2n+1OH ਹੈ। ਜਦੋਂ ਐਲਕੇਨ ਦੇ ਇੱਕ ਹਾਈਡਰੋਜਨ ਪਰਮਾਣੂ ਦੀ ਥਾਂ ਇੱਕ ਹਾਈਡਰੋਕਸਿਲ ਗਰੁੱਪ ਲੈ ਲੈਂਦਾ ਹੈ
ਤਾਂ ਐਲਕੋਹਲ ਬਣਦੇ ਹਨ। ਐਲਕੋਹਲ ਨੂੰ ਐਲਕੇਨੋਲ ਵੀ ਕਿਹਾ ਜਾਂਦਾ ਹੈ। ਐਲਕੋਹਲ ਵਿੱਚ ਹਾਈਡਰੋਕਸਿਲ ਫੰਕਸ਼ਨਲ ਗਰੁੱਪ ਹੁੰਦਾ ਹੈ। ਫੰਕਸ਼ਨਲ ਗਰੁੱਪ ਕਿਸੇ ਯੌਗਿਕ ਵਿੱਚ ਇੱਕ ਪਰਮਾਣੂ ਜਾਂ ਪਰਮਾਣੂਆਂ ਦਾ ਅਜਿਹਾ ਗਰੁੱਪ ਹੁੰਦਾ ਹੈ ਜੋ ਉਸ ਯੌਗਿਕ ਦੇ ਰਸਾਇਣਕ ਗੁਣਾਂ ਲਈ ਜ਼ਿੰਮੇਵਾਰ ਹੁੰਦਾ ਹੈ। ਮਿਥਾਈਲ ਐਲਕੋਹਲ ਸਭ ਤੋਂ ਸਰਲ ਐਲਕੋਹਲ ਹੈ। ਇਸ ਨੂੰ ਮਿਥਾਨੋਲ ਵੀ ਕਿਹਾ ਜਾਂਦਾ ਹੈ। ਇਸ ਤੋਂ ਉੱਚ ਐਲਕੋਹਲ ਇਥਾਈਲ ਐਲਕੋਹਲ ਜਾਂ ਈਥਾਨੋਲ ਹੈ, ਜਿਸ ਨੂੰ C2H5OH ਨਾਲ ਲਿਖਿਆ ਜਾਂਦਾ ਹੈ। ਅੱਗੇ ਆਉਣ ਵਾਲੇ ਦੋ ਸਮੀਕਰਨ ਦਰਸਾ ਰਹੇ ਹਨ ਕਿ ਮਿਥਾਨੋਲ ਅਤੇ ਈਥਾਨੋਲ ਕਿਵੇਂ ਬਣਦੇ ਹਨ। ਜਦੋਂ ਮੀਥੇਨ ਦੇ ਇੱਕ ਹਾਈਡਰੋਜਨ ਪਰਮਾਣੂ ਦੀ ਥਾਂ ਇੱਕ ਹਾਈਡਰੋਕਸਿਲ ਗਰੁੱਪ ਲੈ ਲੈਂਦਾ ਹੈ ਤਾਂ ਮਿਥਾਨੋਲ ਬਣਦਾ ਹੈ। ਜਦੋਂ ਈਥੇਨ ਦੇ ਇੱਕ ਹਾਈਡਰੋਜਨ ਪਰਮਾਣੂ ਦੀ ਥਾਂ ਇੱਕ ਹਾਈਡਰੋਕਸਿਲ ਗਰੁੱਪ ਲੈ ਲੈਂਦਾ ਹੈ ਤਾਂ ਈਥਾਨੋਲ ਬਣਦਾ ਹੈ। ਵਿਦਿਆਰਥੀਓ, ਹੁਣ ਐਲਕੋਹਲ ਦੇ ਨਾਮਕਰਨ ਬਾਰੇ ਪੜ੍ਹਦੇ ਹਾਂ। ਐਲਕੋਹਲ ਉਹਨਾਂ ਯੌਗਿਕਾਂ ਦੀ ਸਮਝਾਤੀ ਲੜੀ ਹੈ ਜਿਨ੍ਹਾਂ ਵਿੱਚ ਹਾਈਡਰੋਕਸਿਲ ਫੰਕਸ਼ਨਲ ਗਰੁੱਪ ਹੁੰਦਾ ਹੈ। ਇਸ ਨੂੰ ਚੰਗੀ ਤਰ੍ਹਾਂ ਸਮਝਣ ਲਈ ਇਸ ਸਾਰਣੀ ਨੂੰ ਧਿਆਨ ਨਾਲ ਵੇਖੋ। ਵਿਦਿਆਰਥੀਓ, ਹੁਣ ਇਸ ਸਾਰਣੀ ਵਿੱਚ ਐਲਕੇਨ ਸਮਝਾਤੀ ਲੜੀ ਅਤੇ ਐਲਕੋਹਲ ਸਮਝਾਤੀ ਲੜੀ ਦੀ ਸਹਾਇਤਾ ਨਾਲ ਐਲਕੋਹਲ ਨੂੰ ਹੋਰ ਚੰਗੀ ਤਰ੍ਹਾਂ ਸਮਝਦੇ ਹਾਂ। ਇਸ ਸਾਰਣੀ ਵਿੱਚ ਐਲਕੇਨ ਸਮਝਾਤੀ ਲੜੀ ਦੇ ਮੈਂਬਰ ਮੀਥੇਨ, ਈਥੇਨ, ਪ੍ਰੋਪੇਨ, ਬਿਊਟੇਨ ਅਤੇ ਪੈਂਟੇਨ ਅਤੇ ਐਲਕੋਹਲ ਸਮਝਾਤੀ ਲੜੀ ਦੇ ਮੈਂਬਰ ਮੀਥਾਨੋਲ, ਈਥਾਨੋਲ, ਪ੍ਰੋਪਾਨੋਲ, ਬਿਊਟਾਨੋਲ, ਪੈਂਟਾਨੋਲ ਵਿਖਾਏ ਗਏ ਹਨ। ਬੱਚਿਓ, ਜਿਵੇਂ ਕਿ ਐਲਕੋਹਲ ਦਾ ਸਾਧਾਰਨ ਫਾਰਮੂਲਾ CnH2n+1OH ਹੈ। ਬੱਚਿਓ, ਕੀ ਤੁਹਾਨੂੰ ਪਤਾ ਹੈ ਕਿ ਐਲਕੇਨ ਤੋਂ ਐਲਕੋਹਲ ਦਾ ਨਾਂ ਕਿਵੇਂ ਬਣਦਾ ਹੈ? ਜਦੋਂ ਸੰਗਤ ਐਲਕੇਨ ਦੇ ਨਾਂ ਦੇ ਅੰਤਿਮ ਅੱਖਰ E ਨੂੰ OL ਨਾਲ ਬਦਲ ਦਿੱਤਾ ਜਾਂਦਾ ਹੈ। OL ਨੂੰ ਓਲ ਕਿਹਾ ਜਾਂਦਾ ਹੈ। ਐਲਕੇਨ ਦੇ ਨਾਂ ਦੇ ਅੰਤਮ ਅੱਖਰ E ਦੀ ਥਾਂ OL ਜਾਂ ਓਲ ਜੋੜਨ ਨਾਲ ਐਲਕੇਨੋਲ ਬਣ ਜਾਂਦਾ ਹੈ। ਇਸ ਤਰ੍ਹਾਂ ਐਲਕੋਹਲ ਨੂੰ ਐਲਕੇਨੋਲ ਕਿਹਾ ਜਾਂਦਾ ਹੈ। ਕਿੰਨਾ ਸੌਖਾ ਹੈ ਨਾ? ਆਓ ਇਸ ਦੀ ਹੋਰ ਪ੍ਰੈਕਟਿਸ ਕਰੀਏ। ਮਿਥੇਨ ਦੇ ਅੰਤਿਮ ਅੱਖਰ E ਦੀ ਥਾਂ OL ਜੋੜਨ ਨਾਲ ਮਿਥੇਨੋਲ ਬਣ ਜਾਂਦਾ ਹੈ। ਐਲਕੋਹਲ ਦਾ ਸਾਧਾਰਨ ਫਾਰਮੂਲਾ CnH2n+1OH ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 1 ਰੱਖਣ ਤੇ ਅਸੀਂ ਐਲਕੋਹਲ ਸਮਝਾਤੀ ਲੜੀ ਦੇ ਪਹਿਲੇ ਯੌਗਿਕ ਦੇ ਰਸਾਇਣਕ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। CH3OH, ਇਸ ਦਾ ਨਾਂ ਮਿਥਾਨੋਲ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 2 ਰੱਖਣ ਤੇ ਅਸੀਂ ਐਲਕੋਹਲ ਸਮਝਾਤੀ ਲੜੀ ਦੇ ਦੂਜੇ ਮੈਂਬਰ ਦੇ ਰਸਾਇਣਕ ਸੂਤਰ ਨੂੰ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ। C2H5OH, ਇਸ ਦਾ ਨਾਂ ਈਥਾਨੋਲ ਹੈ। ਇਸ ਆਮ ਸੂਤਰ ਵਿੱਚ N ਦਾ ਮਾਨ 3 ਰੱਖਣ ਤੇ ਐਲਕੋਹਲ ਸਮਝਾਤੀ ਲੜੀ ਦੇ ਤੀਸਰੇ ਮੈਂਬਰ ਦੇ ਰਸਾਇਣਕ ਸੂਤਰ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ। C3H7OH, ਇਸ ਦਾ ਨਾਂ ਪ੍ਰੋਪਾਨੋਲ ਹੈ। ਇਸ ਤਰ੍ਹਾਂ
ਅਸੀਂ ਐਲਕੋਹਲ ਸਮਝਾਤੀ ਲੜੀ ਦੇ ਬਹੁਤ ਸਾਰੇ ਯੋਗਿਕਾਂ ਦੇ ਸੂਤਰ ਲਿਖ ਸਕਦੇ ਹਾਂ। ਬੱਚਿਓ, ਯੋਗਿਕ ਜਿਨ੍ਹਾਂ ਵਿੱਚ OH ਫੰਕਸ਼ਨਲ ਗਰੁੱਪ ਹੁੰਦਾ ਹੈ ਅਤੇ ਜੇਕਰ ਯੋਗਿਕ ਵਿੱਚ 2 ਤੋਂ ਵੱਧ ਕਾਰਬਨ ਪਰਮਾਣੂ ਹੋਣ ਤਾਂ ਯੋਗਿਕ ਦਾ ਨਾਮਕਰਨ ਕਰਦੇ ਸਮੇਂ OH ਗਰੁੱਪ ਦਾ ਸਥਾਨ ਲਿਖਿਆ ਜਾਂਦਾ ਹੈ। ਜਿਵੇਂ ਕਿ ਬੱਚਿਓ, ਅਸੀਂ 2 ਯੋਗਿਕ ਵੇਖ ਰਹੇ ਹਾਂ। ਪਹਿਲੇ ਯੋਗਿਕ ਵਿੱਚ ਹਾਈਡਰੋਕਸਿਲ ਗਰੁੱਪ ਪਹਿਲੇ ਕਾਰਬਨ ਪਰਮਾਣੂ ਨਾਲ ਜੁੜਿਆ ਹੋਇਆ ਹੈ। ਇਸ ਦਾ ਨਾਮ ਪ੍ਰੋਪੇਨ 1 ਓਲ ਹੈ। ਇਸੇ ਤਰ੍ਹਾਂ ਅਸੀਂ ਦੂਸਰਾ ਯੋਗਿਕ ਵੇਖ ਰਹੇ ਹਾਂ। ਇਸ ਯੋਗਿਕ ਵਿੱਚ ਹਾਈਡਰੋਕਸਿਲ ਗਰੁੱਪ ਦੂਜੇ ਕਾਰਬਨ ਪਰਮਾਣੂ ਨਾਲ ਜੁੜਿਆ ਹੋਇਆ ਹੈ। ਇਸ ਦਾ ਨਾਮ ਪ੍ਰੋਪੇਨ 2 ਓਲ ਹੈ। ਕਾਰਬਨ ਪਰਮਾਣੂ ਜਿਸ ਨਾਲ ਫੰਕਸ਼ਨਲ ਗਰੁੱਪ ਲੱਗਿਆ ਹੁੰਦਾ ਹੈ, ਉਸ ਉੱਤੇ ਘੱਟ ਤੋਂ ਘੱਟ ਸੰਖਿਆ ਅੰਕ ਲਿਖਿਆ ਜਾਂਦਾ ਹੈ ਜਾਂ ਯੋਗਿਕ ਦਾ ਨਾਮਕਰਨ ਕਰਦੇ ਸਮੇਂ ਫੰਕਸ਼ਨਲ ਗਰੁੱਪ ਲਈ ਸੰਖਿਆ ਅੰਕ ਦਰਸਾਉਂਦੇ ਸਮੇਂ ਕਾਰਬਨ ਲੜੀ ਵਿੱਚ ਲਘੁਤਮ ਅੰਕ ਨੂੰ ਠੀਕ ਮੰਨਿਆ ਜਾਂਦਾ ਹੈ। ਜਿਵੇਂ ਕਿ ਪੈਂਟੇਨ 2 ਓਲ ਯੋਗਿਕ ਦਾ ਠੀਕ ਨਾਮਕਰਨ ਹੈ, ਕਿਉਂਕਿ ਕਾਰਬਨ ਪਰਮਾਣੂ ਜਿਸ ਨਾਲ ਫੰਕਸ਼ਨਲ ਗਰੁੱਪ ਲੱਗਿਆ ਹੋਇਆ ਹੈ ਉਸ ਉੱਤੇ ਘੱਟ ਤੋਂ ਘੱਟ ਸੰਖਿਆ ਅੰਕ ਹੈ। ਪੈਂਟੇਨ 4 ਓਲ ਯੋਗਿਕ ਦਾ ਗਲਤ ਨਾਮਕਰਨ ਹੈ, ਕਿਉਂਕਿ ਕਾਰਬਨ ਪਰਮਾਣੂ ਜਿਸ ਨਾਲ ਫੰਕਸ਼ਨਲ ਗਰੁੱਪ ਲੱਗਿਆ ਹੋਇਆ ਹੈ ਉਸ ਉੱਤੇ ਸੰਖਿਆ ਅੰਕ 4 ਹੈ। ਯੋਗਿਕ ਦਾ ਨਾਮਕਰਨ ਕਰਦੇ ਸਮੇਂ ਫੰਕਸ਼ਨਲ ਗਰੁੱਪ ਲਈ ਸੰਖਿਆ ਅੰਕ ਦਰਸਾਉਂਦੇ ਸਮੇਂ ਕਾਰਬਨ ਲੜੀ ਵਿੱਚ ਲਘੁਤਮ ਅੰਕ ਨੂੰ ਠੀਕ ਮੰਨਿਆ ਜਾਂਦਾ ਹੈ। ਬੱਚਿਓ, ਹੁਣ ਅਸੀਂ ਇਥਾਨੋਲ ਦੀ ਤਿਆਰੀ ਅਤੇ ਇਥਾਨੋਲ ਦੇ ਗੁਣਾਂ ਬਾਰੇ ਪੜਾਂਗੇ। ਬੱਚਿਓ, ਕੀ ਤੁਸੀਂ ਇਥਾਨੋਲ ਦਾ ਰਸਾਇਣਿਕ ਸੂਤਰ ਲਿਖ ਸਕਦੇ ਹੋ? ਇਥਾਨੋਲ ਦਾ ਰਸਾਇਣਿਕ ਸੂਤਰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਇਥਾਨੋਲ ਦੀ ਤਿਆਰੀ। ਬੱਚਿਓ, ਇਥਾਨੋਲ ਨੂੰ 2 ਵਿਧੀਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ। ਪਹਿਲੀ ਵਿਧੀ ਹੈ ਇਥੀਨ ਤੋਂ। ਜਦੋਂ 300 ਡਿਗਰੀ ਸੈਲਸੀਅਸ ਤਾਪਮਾਨ ਅਤੇ 60 ਵਾਯੂਮੰਡਲੀ ਦਬਾਅ ਤੇ ਇਥੀਨ ਅਤੇ ਭਾਫ ਉਤਪ੍ਰੇਰਕ ਭਾਫ ਸਲਫਿਊਰਿਕ ਐਸਿਡ ਦੀ ਮੌਜੂਦਗੀ ਵਿੱਚ ਕਿਰਿਆ ਕਰਦੀਆਂ ਹਨ ਤਾਂ ਇਥਾਨੋਲ ਬਣਦਾ ਹੈ। ਇਸ ਕਿਰਿਆ ਰਾਹੀਂ ਕਾਫੀ ਮਾਤਰਾ ਵਿੱਚ ਸ਼ੁੱਧ ਇਥਾਨੋਲ ਤਿਆਰ ਕੀਤੀ ਜਾਂਦੀ ਹੈ। ਦੂਜੀ ਵਿਧੀ ਹੈ ਖਮੀਰਨ ਦੁਆਰਾ। ਅੰਗੂਰ ਅਤੇ ਹੋਰ ਫਲਾਂ ਦੇ ਰਸਾਂ ਨੂੰ ਖਮੀਰ ਦੀ ਸਹਾਇਤਾ ਨਾਲ ਐਲਕੋਹਲੀ ਤਰਲ ਪਦਾਰਥ ਬਣਾਉਣ ਲਈ ਵਰਤਿਆ ਜਾਂਦਾ ਹੈ। ਖਮੀਰ ਵਿੱਚ ਮੌਜੂਦ ਐਂਜ਼ਾਈਮ ਜਟਿਲ ਕਾਰਬਨਿਕ ਯੌਗਿਕਾਂ ਨੂੰ ਸਰਲ ਕਾਰਬਨਿਕ ਯੌਗਿਕਾਂ ਵਿੱਚ ਬਦਲ ਦਿੰਦੇ ਹਨ। ਇਸ ਕਿਰਿਆ ਨੂੰ ਖਮੀਰਨ ਕਹਿੰਦੇ ਹਨ। ਇਸ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ। ਖੰਡ ਦੇ ਖਮੀਰਨ ਤੇ ਇਥਾਨੋਲ ਅਤੇ ਕਾਰਬਨ ਡਾਈਆਕਸਾਈਡ ਪ੍ਰਾਪਤ ਹੁੰਦੇ ਹਨ। ਸੁਕਰੋਜ਼ ਐਂਜ਼ਾਈਮ ਇਨਵਰਟੇਜ਼ ਦੀ ਮੌਜੂਦਗੀ ਵਿੱਚ ਗਲੂਕੋਜ਼ ਅਤੇ ਫਰਕਟੋਜ਼ ਵਿੱਚ ਤਬਦੀਲ ਹੁੰਦੀ ਹੈ। ਗਲੂਕੋਜ਼ ਅਤੇ ਫਰਕਟੋਜ਼ ਦੋਵਾਂ ਦੇ ਰਸਾਇਣਿਕ ਸੂਤਰ C6H12O6 ਹਨ। ਸੁਕਰੋਜ਼ ਦਾ ਰਸਾਇਣਿਕ ਸੂਤਰ C12H22O11 ਹੈ। ਗਲੂਕੋਜ਼ ਅਤੇ ਫਰਕਟੋਜ਼ ਦੋਵੇਂ ਹੀ ਇੱਕ ਹੋਰ ਐਂਜ਼ਾਈਮ ਜ਼ਾਈਮੇਜ਼ ਦੀ ਸਹਾਇਤਾ ਨਾਲ ਇਥਾਨੋਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਤਬਦੀਲ ਹੋ ਜਾਂਦੇ ਹਨ। ਸ਼ਰਾਬ ਅਤੇ ਬੀਅਰ ਵਰਗੇ ਪੀਣ ਵਾਲੇ ਐਲਕੋਹਲੀ ਪਦਾਰਥ ਅੰਗੂਰਾਂ ਦੇ ਰਸ ਅਤੇ ਜੌਆਂ ਦੇ ਖਮੀਰਨ ਤੋਂ
ਤਿਆਰ ਕੀਤੇ ਜਾਂਦੇ ਹਨ। ਜਿਸ ਐਲਕੋਹਲ ਵਿੱਚ 95.5% ਐਲਕੋਹਲ ਅਤੇ 4.5% ਪਾਣੀ ਹੁੰਦਾ ਹੈ, ਉਸ ਨੂੰ ਰੈਕਟੀਫਾਈਡ ਸਪਿਰਿਟ ਆਖਦੇ ਹਨ। ਹੁਣ ਅਸੀਂ ਇਥਾਨੋਲ ਦੇ ਭੌਤਿਕ ਗੁਣਾਂ ਅਤੇ ਰਸਾਇਣਿਕ ਗੁਣਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਭੌਤਿਕ ਗੁਣਾਂ ਤੇ ਵਿਚਾਰ ਕਰਦੇ ਹਾਂ। ਭੌਤਿਕ ਗੁਣ ਇਹ ਰੰਗਹੀਣ ਅਤੇ ਉਦਾਸੀਨ ਦਰਵ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਹੈ। ਇਥਾਨੋਲ ਦਾ ਉਬਾਲ ਦਰਜਾ 351 ਕੈਲਵਿਨ ਹੈ। ਹੁਣ ਅਸੀਂ ਰਸਾਇਣਿਕ ਗੁਣਾਂ ਤੇ ਵਿਚਾਰ ਕਰਦੇ ਹਾਂ। ਰਸਾਇਣਿਕ ਗੁਣ ਐਲਕੋਹਲ ਦੇ ਮੁੱਖ ਰਸਾਇਣਕ ਗੁਣ ਇਸ ਤਰ੍ਹਾਂ ਹਨ। ਜਲਣਸ਼ੀਲਤਾ ਕੀ ਹੁੰਦਾ ਹੈ ਜਦੋਂ ਇਥਾਨੋਲ ਹਵਾ ਵਿੱਚ ਬਲਦੀ ਹੈ? ਇਥਾਨੋਲ ਆਸਾਨੀ ਨਾਲ ਹਵਾ ਵਿੱਚ ਬਲ ਕੇ ਕਾਰਬਨ ਡਾਈਆਕਸਾਈਡ ਅਤੇ ਪਾਣੀ ਉਤਪੰਨ ਕਰਦੀ ਹੈ। ਆਕਸੀਕਰਨ ਕ੍ਰੋਮਿਕ ਐਨਹਾਈਡਰਾਈਡ ਨਾਲ। ਕ੍ਰੋਮਿਕ ਐਨਹਾਈਡਰਾਈਡ ਨਾਲ ਇਥਾਨੋਲ ਦਾ ਇਥਾਨਲ ਵਿੱਚ ਆਕਸੀਕਰਨ ਹੁੰਦਾ ਹੈ। ਪੋਟਾਸ਼ੀਅਮ ਪਰਮੈਂਗਨੇਟ ਨਾਲ। ਪੋਟਾਸ਼ੀਅਮ ਪਰਮੈਂਗਨੇਟ ਵੀ ਇਥਾਨੋਲ ਨੂੰ ਇਥਾਨੋਇਕ ਅਮਲ ਵਿੱਚ ਆਕਸੀਕ੍ਰਿਤ ਕਰਦਾ ਹੈ। ਸੋਡੀਅਮ ਧਾਤ ਨਾਲ ਕਿਰਿਆ। ਇਥਾਨੋਲ ਸੋਡੀਅਮ ਧਾਤ ਨਾਲ ਕਿਰਿਆ ਕਰਕੇ ਸੋਡੀਅਮ ਇਥਾਆਕਸਾਈਡ ਅਤੇ ਹਾਈਡਰੋਜਨ ਗੈਸ ਉਤਪੰਨ ਕਰਦਾ ਹੈ। ਐਸਟਰੀਕਰਨ ਐਲਕੋਹਲ ਕਾਰਬਨਿਕ ਤੇਜ਼ਾਬਾਂ ਨਾਲ ਕਿਰਿਆ ਕਰਕੇ ਮਿੱਠੀ ਸੁਗੰਧ ਵਾਲੇ ਤੇਲੀ ਦਰਵ ਪੈਦਾ ਕਰਦੇ ਹਨ, ਜਿਨ੍ਹਾਂ ਨੂੰ ਐਸਟਰ ਕਹਿੰਦੇ ਹਨ। ਇਥਾਨੋਇਕ ਐਸਿਡ ਇਥਾਨੋਲ ਨਾਲ ਕਿਰਿਆ ਕਰਕੇ ਇਥਾਈਲ ਇਥੇਨੋਏਟ ਅਤੇ ਪਾਣੀ ਬਣਾਉਂਦੇ ਹਨ। ਇਥਾਨੋਲ ਦਾ ਨਿਰਜਲੀਕਰਨ ਇਥਾਨੋਲ ਦੇ ਨਿਰਜਲੀਕਰਨ ਤੋਂ ਇਥੀਨ ਬਣਦੀ ਹੈ। ਜਦੋਂ ਇਥੇਨੋਲ ਨੂੰ ਗਾੜੇ ਸਲਫਿਊਰਿਕ ਐਸਿਡ ਦੀ ਮੌਜੂਦਗੀ ਵਿੱਚ 160 ਤੋਂ 170 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਜਾਂਦਾ ਹੈ ਤਾਂ ਇਥੀਨ ਬਣਦੀ ਹੈ। ਇਸ ਵਿੱਚ ਗਾੜਾ ਸਲਫਿਊਰਿਕ ਐਸਿਡ ਇੱਕ ਨਿਰਜਲੀਕਾਰਕ ਵਜੋਂ ਕੰਮ ਕਰਦਾ ਹੈ। ਬੱਚਿਓ, ਐਲਕੋਹਲ ਇਥਾਨੋਲ ਪੀਣ ਨਾਲ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਪੈਂਦੇ ਹਨ। ਆਓ ਇਸ ਬਾਰੇ ਪੜ੍ਹਦੇ ਹਾਂ। ਸਾਨੂੰ ਐਲਕੋਹਲ ਯੁਕਤ ਪਦਾਰਥਾਂ ਜਿਵੇਂ ਸ਼ਰਾਬ ਜਾਂ ਬੀਅਰ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਨਾਲ ਸਿਹਤ ਤੇ ਬਹੁਤ ਮਾੜੇ ਅਸਰ ਪੈਂਦੇ ਹਨ, ਜੋ ਕਿ ਇਸ ਤਰ੍ਹਾਂ ਹਨ। ਐਲਕੋਹਲ ਦਿਮਾਗ ਅਤੇ ਨਾੜੀ ਤੰਤਰ ਦੀ ਕਾਰਜ ਕਰਨ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ। ਜਿਸ ਨਾਲ ਮਨੁੱਖ ਨੂੰ ਕੋਈ ਫੈਸਲਾ ਲੈਣ ਵਿੱਚ ਦੇਰ ਲੱਗਦੀ ਹੈ। ਇਸੇ ਤਰ੍ਹਾਂ ਐਲਕੋਹਲ ਦਾ ਸੇਵਨ ਕਰਨ ਵਾਲੇ ਡਰਾਈਵਰ ਐਮਰਜੈਂਸੀ ਦੀ ਸਥਿਤੀ ਵਿੱਚ ਫੈਸਲਾ ਲੈਣ ਵਿੱਚ ਦੇਰੀ ਕਾਰਨ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਰਾਬ ਪੀਣ ਵਾਲੇ ਵਿਅਕਤੀ ਦੀ ਬਰਦਾਸ਼ਤ ਕਰਨ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ। ਜਿਸ ਕਰਕੇ ਸ਼ਰਾਬੀ ਵਿਅਕਤੀ ਬਹੁਤ ਝਗੜਾਲੂ ਹੋ ਜਾਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਹਿੰਸਾ ਅਤੇ ਲੜਾਈ ਝਗੜੇ ਵੱਧ ਜਾਂਦੇ ਹਨ।
ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲੇ ਮਨੁੱਖ ਖਾਸ ਮੌਕਿਆਂ ਤੇ ਲੜਖੜਾਉਂਦੇ ਹਨ। ਉਸ ਦਾ ਉਚਾਰਨ ਅਸਪਸ਼ਟ ਹੋ ਜਾਂਦਾ ਹੈ। ਉਸ ਨੂੰ ਧੁੰਦਲਾ ਨਜ਼ਰ ਆਉਂਦਾ ਹੈ। ਉਹਨਾਂ ਨੂੰ ਬੇਹੋਸ਼ੀ ਅਤੇ ਉਲਟੀਆਂ ਹੁੰਦੀਆਂ ਹਨ। ਬਹੁਤ ਜ਼ਿਆਦਾ ਸ਼ਰਾਬ ਪੀਣ ਵਾਲਾ ਇਸ ਦਾ ਆਦੀ ਹੋ ਜਾਂਦਾ ਹੈ ਅਤੇ ਕਦੇ ਵੀ ਇਸ ਲੱਤ ਤੋਂ ਆਪਣੇ ਆਪ ਨੂੰ ਨਹੀਂ ਛੁਡਾ ਸਕਦਾ ਅਤੇ ਇਸ ਨਾਲ ਉਸ ਤੇ ਆਰਥਿਕ ਤੰਗੀ ਵੀ ਆ ਜਾਂਦੀ ਹੈ। ਨਤੀਜੇ ਵਜੋਂ ਉਹ ਦਿਵਾਲੀਆ ਹੋ ਸਕਦਾ ਹੈ। ਸ਼ਰਾਬ ਦਾ ਲਗਾਤਾਰ ਸੇਵਨ ਕਰਨ ਨਾਲ ਪੇਟ, ਜਿਗਰ, ਗੁਰਦੇ, ਇੱਥੋਂ ਤੱਕ ਕਿ ਦਿਮਾਗ ਨੂੰ ਭਾਰੀ ਨੁਕਸਾਨ ਹੁੰਦਾ ਹੈ। ਜ਼ਿਆਦਾ ਅਲਕੋਹਲ ਪੀਣ ਨਾਲ ਦਿਲ ਦੀਆਂ ਪੇਸ਼ੀਆਂ ਖਰਾਬ ਹੋ ਜਾਂਦੀਆਂ ਹਨ। ਇਸ ਨਾਲ ਜਿਗਰ ਦਾ ਆਕਾਰ ਵੱਧ ਜਾਂਦਾ ਹੈ। ਮਿਲਾਵਟ ਵਾਲੀ ਸ਼ਰਾਬ ਵਿੱਚ ਮਿਥਾਈਲ ਐਲਕੋਹਲ ਹੁੰਦਾ ਹੈ। ਮਿਥਾਨੋਲ ਦੀ ਥੋੜੀ ਜਿਹੀ ਮਾਤਰਾ ਹੀ ਬਹੁਤ ਜ਼ਹਿਰੀਲੀ ਹੁੰਦੀ ਹੈ ਅਤੇ ਇਸ ਨਾਲ ਅੰਧਾਪਨ, ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਮਿਥਾਨੋਲ ਦ੍ਰਿਸ਼ਟੀ ਨਾੜੀ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਕੋਈ ਵਿਅਕਤੀ ਹਮੇਸ਼ਾ ਲਈ ਅੰਨਾ ਹੋ ਸਕਦਾ ਹੈ। ਬੱਚਿਓ, ਐਲਕੋਹਲ ਦੇ ਲਾਭ ਵੀ ਹਨ। ਪਿਆਰੇ ਬੱਚਿਓ, ਤੁਸੀਂ ਸਪਿਰਿਟ ਲੈਂਪ ਤੇ ਜ਼ਰੂਰ ਵੇਖਿਆ ਹੋਵੇਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸ ਤਰਲ ਕਾਰਨ ਲੰਮੇ ਸਮੇਂ ਤੱਕ ਬਲਦਾ ਰਹਿੰਦਾ ਹੈ? ਸਪਿਰਿਟ ਲੈਂਪ ਵਿੱਚ ਸਪਿਰਿਟ ਦਾ ਇਸਤੇਮਾਲ ਹੁੰਦਾ ਹੈ, ਜੋ ਕਿ ਇੱਕ ਤਰ੍ਹਾਂ ਦਾ ਐਲਕੋਹਲ ਹੈ। ਤੁਸੀਂ ਹਸਪਤਾਲ ਵਿੱਚ ਨਰਸ ਨੂੰ ਟੀਕਾ ਲਾਉਣ ਤੋਂ ਪਹਿਲਾਂ ਚਮੜੀ ਨੂੰ ਕਿਸੇ ਕੀਟਾਣੂ ਨਾਸ਼ਕ ਨਾਲ ਸਾਫ਼ ਕਰਦੇ ਤਾਂ ਵੇਖਿਆ ਹੀ ਹੋਵੇਗਾ। ਕੀ ਤੁਸੀਂ ਕਦੇ ਇਹ ਸੋਚਿਆ ਹੈ ਕਿ ਉਹ ਕਿਸ ਤਰਲ ਦਾ ਇਸਤੇਮਾਲ ਕਰਦੇ ਹਨ ਅਤੇ ਇਹ ਤਰਲ ਕੀ ਕਰਦਾ ਹੈ? ਚਮੜੀ ਦੇ ਉਸ ਹਿੱਸੇ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਸਪਿਰਿਟ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਕਿ ਇੱਕ ਤਰ੍ਹਾਂ ਦਾ ਐਲਕੋਹਲ ਹੈ। ਐਲਕੋਹਲ ਦੀ ਵਰਤੋਂ ਘੋਲਕ ਦੇ ਰੂਪ ਵਿੱਚ ਵੀ ਹੁੰਦੀ ਹੈ। ਇਥਾਈਲ ਐਲਕੋਹਲ ਜਾਂ ਇਥਾਨੋਲ ਦੀ ਵਰਤੋਂ ਬਹੁਤ ਸਾਰੇ ਪਦਾਰਥ ਬਣਾਉਣ ਵਿੱਚ ਹੁੰਦੀ ਹੈ। ਉਦਯੋਗਿਕ ਪਦਾਰਥਾਂ ਵਿੱਚ ਇਥਾਈਲ ਐਲਕੋਹਲ ਦੀ ਵਰਤੋਂ ਲਈ ਸਰਕਾਰ ਵੱਲੋਂ ਕਰ ਮੁਕਤ ਇਥਾਈਲ ਐਲਕੋਹਲ ਦੀ ਸਪਲਾਈ ਕੀਤੀ ਜਾਂਦੀ ਹੈ। ਇਹ ਐਲਕੋਹਲ ਬਾਜ਼ਾਰ ਵਾਲੀ ਐਲਕੋਹਲ ਨਾਲੋਂ ਬਹੁਤ ਸਸਤੀ ਹੁੰਦੀ ਹੈ। ਉਦਯੋਗਿਕ ਐਲਕੋਹਲ ਦੀ ਬਲੈਕ ਮਾਰਕੀਟਿੰਗ ਨੂੰ ਰੋਕਣ ਲਈ ਇਸ ਵਿੱਚ ਥੋੜਾ ਜਿਹਾ ਜ਼ਹਿਰੀਲਾ ਪਦਾਰਥ ਜਿਵੇਂ ਮਿਥਾਨੋਲ ਜਾਂ ਕਾਪਰ ਸਲਫੇਟ ਆਦਿ ਮਿਲਾ ਦਿੱਤਾ ਜਾਂਦਾ ਹੈ। ਇਹਨਾਂ ਜ਼ਹਿਰੀਲੇ ਪਦਾਰਥਾਂ ਦੇ ਮਿਲਣ ਤੋਂ ਬਾਅਦ ਇਥਾਈਲ ਐਲਕੋਹਲ ਪੀਣ ਯੋਗ ਨਹੀਂ ਰਹਿੰਦਾ। ਇਸ ਵਿੱਚ ਕਾਪਰ ਸਲਫੇਟ ਮਿਲਾਉਣ ਨਾਲ ਇਹ ਨੀਲੇ ਰੰਗ ਦਾ ਹੋ ਜਾਂਦਾ ਹੈ ਅਤੇ ਇਸ ਨਾਲ ਇਸ ਨੂੰ ਪਛਾਣਨਾ ਆਸਾਨ ਹੁੰਦਾ ਹੈ। ਇਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰੀਏ। ਪ੍ਰਸ਼ਨ: ਹਾਈਡਰੋਕਾਰਬਨ ਕੀ ਹੁੰਦੇ ਹਨ? ਤੇ ਉੱਤਰ ਹੈ ਕਾਰਬਨ ਅਤੇ ਹਾਈਡਰੋਜਨ ਦੇ ਯੋਗਿਕਾਂ ਨੂੰ ਹਾਈਡਰੋਕਾਰਬਨ ਕਿਹਾ ਜਾਂਦਾ ਹੈ। ਹਾਈਡਰੋਕਾਰਬਨਾਂ ਨੂੰ ਤਿੰਨ ਸ਼੍ਰੇਣੀਆਂ ਭਾਵ ਐਲਕੇਨ, ਐਲਕੀਨ ਅਤੇ ਐਲਕਾਈਨ ਵਿੱਚ ਵੰਡਿਆ ਗਿਆ ਹੈ। ਐਲਕੇਨ ਦਾ ਆਮ ਸੂਤਰ CnH2n+2 ਹੈ। ਐਲਕੀਨ ਦਾ ਆਮ ਸੂਤਰ CnH2n ਹੈ। ਐਲਕਾਈਨ ਦਾ ਆਮ ਸੂਤਰ CnH2n-2 ਹੈ। ਅਗਲਾ ਪ੍ਰਸ਼ਨ ਹੈ ਐਲਕੋਹਲ ਦਾ ਆਮ ਸੂਤਰ ਦੱਸੋ। ਤੇ ਉੱਤਰ ਹੈ ਐਲਕੋਹਲ ਦਾ ਆਮ ਸੂਤਰ CnH2n+1OH ਹੈ। ਤੇ ਅਗਲਾ ਪ੍ਰਸ਼ਨ ਐਲਕੇਨ, ਐਲਕੀਨ ਅਤੇ ਐਲਕਾਈਨ ਦਾ ਆਮ ਸੂਤਰ ਦੱਸੋ। ਤੇ ਉੱਤਰ ਹੈ ਐਲਕੇਨ ਦਾ ਆਮ ਸੂਤਰ CnH2n+2 ਹੈ। ਐਲਕੀਨ ਦਾ ਆਮ ਸੂਤਰ CnH2n ਹੈ। ਐਲਕਾਈਨ ਦਾ ਆਮ ਸੂਤਰ CnH2n-2 ਹੈ। ਅਗਲਾ ਪ੍ਰਸ਼ਨ ਹੈ ਇਥਾਨੋਲ ਦਾ ਰਸਾਇਣਕ ਸੂਤਰ ਦੱਸੋ।
ਤੇ ਉੱਤਰ ਹੈ ਇਥਾਨੋਲ ਦਾ ਰਸਾਇਣਿਕ ਸੂਤਰ C2H5OH ਹੈ। ਅਗਲਾ ਪ੍ਰਸ਼ਨ, ਐਲਕੋਹਲ ਦੇ ਸੇਵਨ ਦਾ ਮਨੁੱਖ ਦੀ ਸਿਹਤ ਤੇ ਕੀ ਅਸਰ ਹੁੰਦਾ ਹੈ? ਉੱਤਰ, ਐਲਕੋਹਲ ਦਿਮਾਗ ਅਤੇ ਨਾੜੀ ਤੰਤਰ ਦੀ ਕਾਰਜ ਸਮਰੱਥਾ ਨੂੰ ਘਟਾ ਦਿੰਦਾ ਹੈ, ਜਿਸ ਨਾਲ ਮਨੁੱਖ ਨੂੰ ਕੋਈ ਫੈਸਲਾ ਜਾਂ ਪ੍ਰਤੀਕਿਰਿਆ ਕਰਨ ਵਿੱਚ ਦੇਰ ਲੱਗਦੀ ਹੈ। ਜ਼ਿਆਦਾ ਐਲਕੋਹਲ ਪੀਣ ਨਾਲ ਦਿਲ ਦੀਆਂ ਪੇਸ਼ੀਆਂ ਖਰਾਬ ਹੋ ਜਾਂਦੀਆਂ ਹਨ। ਇਸ ਨਾਲ ਜਿਗਰ ਦਾ ਆਕਾਰ ਵੱਧ ਜਾਂਦਾ ਹੈ ਤੇ ਉਹ ਮੋਟਾ ਹੋ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਇਥਾਨੋਲ ਦੇ ਭੌਤਿਕ ਗੁਣ ਦੱਸੋ। ਤੇ ਉੱਤਰ ਹੈ, ਇਹ ਰੰਗਹੀਨ ਅਤੇ ਉਦਾਸੀਨ ਦਰਵ ਹੈ ਜੋ ਪਾਣੀ ਵਿੱਚ ਘੁਲਣਸ਼ੀਲ ਹੈ। ਇਥਾਨੋਲ ਦਾ ਉਬਾਲ ਦਰਜਾ 351 ਕੈਲਵਿਨ ਹੈ। ਤੇ ਅਗਲਾ ਪ੍ਰਸ਼ਨ ਹੈ, ਇਹਨਾਂ ਫੰਕਸ਼ਨਲ ਗਰੁੱਪਾਂ ਨੂੰ ਪਛਾਣੋ। ਤੇ ਉੱਤਰ ਹੈ, ਫੰਕਸ਼ਨਲ ਗਰੁੱਪ CHO ਨੂੰ ਐਲਡੀਹਾਈਡ ਗਰੁੱਪ ਕਹਿੰਦੇ ਹਨ। C ਦੋਹਰਾ ਬੰਧਨ O ਨੂੰ ਕੀਟੋਨਿਕ ਗਰੁੱਪ ਕਹਿੰਦੇ ਹਨ। ਫੰਕਸ਼ਨਲ ਗਰੁੱਪ COH ਨੂੰ ਕਾਰਬੋਕਸਿਲ ਗਰੁੱਪ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਰੈਕਟੀਫਾਈਡ ਸਪਿਰਿਟ ਕੀ ਹੈ? ਤੇ ਉੱਤਰ ਹੈ, ਜਿਸ ਐਲਕੋਹਲ ਵਿੱਚ 95.5% ਐਲਕੋਹਲ ਅਤੇ 4.5% ਪਾਣੀ ਹੁੰਦਾ ਹੈ, ਉਸ ਨੂੰ ਰੈਕਟੀਫਾਈਡ ਸਪਿਰਿਟ ਆਖਦੇ ਹਨ।